ਮਰੀਜ਼ਾਂ ਦੀ ਲੁੱਟ ਕਰਨ ਵਾਲੇ ਨਿੱਜੀ ਹਸਪਤਾਲਾਂ ਨੂੰ ਸਿਹਤ ਮੰਤਰੀ ਦੀ ਚੇਤਾਵਨੀ। ਕਿਹਾ ਜੇ ਬਾਜ਼ ਨਾ ਆਏ ਤਾਂ ਸਰਕਾਰ ਕਰੇਗੀ ਸਖਤ ਕਾਰਵਾਈ। ਸ਼ਿਕਾਇਤ ਲਈ ਹੈਲਪਲਾਈਨ ਨੰਬਰ ਵੀ ਕੀਤਾ ਜਾਰੀ। ਸਰਪੰਚਾਂ ਨਾਲ ਹੀ ਸੰਵਾਦ ਵਿੱਚ ਬੋਲੇ ਕੈਪਟਨ। ਪਿੰਡਾਂ ਵਿੱਚ ਤੇਜ਼ੀ ਨਾਲ ਫੈਲ ਰਿਹਾ ਕਰੋਨਾ। ਠੀਕਰੀ ਪੈਰਾ ਨਾ ਲੱਗਣ ਕਾਰਨ ਹੋ ਰਿਹਾ ਨੁਕਸਾਨ। 100% ਵੈਕਸੀਨੇਸ਼ਨ ਵਾਲੇ ਪਿੰਡਾਂ ਨੂੰ 10 ਲੱਖ ਦੀ ਗ੍ਰਾਂਟ ਦੇਣ ਦਾ ਕੀਤਾ ਐਲਾਨ। ਕੈਪਟਨ ਵਿਰੋਧੀ ਧੜੇ ਦੀ ਚੰਡੀਗੜ੍ਹ ਵਿੱਚ ਚਰਨਜੀਤ ਚੰਨੀ ਦੀ ਰਿਹਾਇਸ਼ ਤੇ ਮੀਟਿੰਗ। ਪ੍ਰਤਾਪ ਬਾਜਵਾ ਦਾ ਦਾਅਵਾ 5 ਮੰਤਰੀ ਤੇ 7 ਵਿਧਾਇਕ ਮੀਟਿੰਗ ਵਿੱਚ ਹੋਏ ਸ਼ਾਮਲ। ਆਪਣੇ ਲੋਕਾਂ ਖਿਲਾਫ ਕਾਰਵਾਈ ਤੇ ਸੀਐਮ ਤੋਂ ਮੰਗਿਆ ਸਪਸ਼ਟੀਕਰਨ। ਕਾਂਗਰਸ ਦੇ ਡੈਮੇਜ ਕੰਟਰੋਲ ਦੇ ਵਿਚਾਲੇ ਸਿੱਧੂ ਦੇ ਤੇਵਰ ਬਰਕਰਾਰ। ਟਵੀਟ ਰਾਹੀਂ ਫਿਰ ਕੀਤਾ ਮੁੱਖ ਮੰਤਰੀ ਤੇ ਹਮਲਾ। ਕਿਹਾ ਸੱਚ ਬੋਲਣ ਵਾਲਾ ਤੁਹਾਡਾ ਬਣ ਜਾਣਾ ਦੁਸ਼ਮਣ। ਇਹ ਕਾਰਵਾਈਆਂ ਤੁਹਾਡੀ ਘਬਰਾਹਟ ਦੀ ਨਿਸ਼ਾਨੀ। ਪ੍ਰਤਾਪ ਬਾਜਵਾ ਤੇ ਸੁਖਬੀਰ ਢੀਂਡਸਾ ਦੀ ਮੁਲਾਕਾਤ। ਬਾਜਵਾ ਨਾਲ ਮੁਲਾਕਾਤ ਤੋਂ ਬਾਅਦ ਬੋਲੇ ਢੀਂਡਸਾ। ਕਿਹਾ ਮੇਰਾ ਹਾਲ ਚਾਲ ਜਾਣਨ ਆਈ ਸੀ ਬਾਜਵਾ। ਕੱਲ ਹੀ ਢੀਂਡਸਾ ਤੇ ਬ੍ਰਹਮਪੁਰਾ ਨੇ ਬਣਾਈ ਹੈ ਨਵੀਂ ਪਾਰਟੀ। ਰੋਹਤਕ ਜੇਲ੍ਹ ਵਿੱਚ ਬੰਦ ਡੇਰਾ ਮੁਖੀ ਰਾਮ ਰਹੀਮ ਨੇ ਫਿਰ ਮੰਗੀ 21 ਦਿਨ ਦੀ ਪੈਰੋਲ। ਮਾਂ ਦੀ ਬਿਮਾਰੀ ਦਾ ਦਿੱਤਾ ਹਵਾਲਾ। ਜੇਲ੍ਹ ਪ੍ਰਸ਼ਾਸਨ ਨੂੰ ਦਿੱਤੀ ਅਰਜ਼ੀ। ਜੇਲ੍ਹ ਪ੍ਰਸ਼ਾਸਨ ਨੇ ਹਰਿਆਣਾ ਪੁਲਿਸ ਤੋਂ ਮੰਗੀ ਐਨਓਸੀ। ਅੰਮ੍ਰਿਤਸਰ ਵਿੱਚ ਨਿਹੰਗ ਨੇ ਕੀਤਾ ਨੌਜਵਾਨ ਤੇ ਜਾਨਲੇਵਾ ਹਮਲਾ। ਬੈਂਕ ਮੁਲਾਜ਼ਮ ਦਾ ਵੱਢਿਆ ਹੱਥ। ਲੋਨ ਦੀ ਕਿਸ਼ਤ ਲੈਣ ਆਇਆ ਸੀ ਬੈਂਕ ਮੁਲਾਜ਼ਮ। ਸੁਸ਼ੀਲ ਕੁਮਾਰ ਦੀ ਅਗਾਊਂ ਜ਼ਮਾਨਤ ਵਾਲੀ ਪਟੀਸ਼ਨ ਤੇ ਦਿੱਲੀ ਦੀ ਰੋਹਿਣੀ ਕੋਰਟ ਨੇ ਸੁਰੱਖਿਅਤ ਰੱਖਿਆ ਫੈਸਲਾ। ਸ਼ਾਮ ਨੂੰ ਆਵੇਗਾ ਫੈਸਲਾ। ਪਹਿਲਵਾਨ ਕਤਲ ਮਾਮਲੇ ਵਿੱਚ ਦਿੱਲੀ ਪੁਲਿਸ ਨੂੰ ਸੁਸ਼ੀਲ ਕੁਮਾਰ ਦੀ ਭਾਲ। 1 ਲੱਖ ਦਾ ਰੱਖਿਆ ਇਨਾਮ। ਮਹਾਰਾਸ਼ਟਰ ਵਿੱਚ ਤਾਊ ਤੂਫਾਨ ਦਾ ਕਹਿਰ। ਮੁੰਬਈ ਕੋਲ ਸਮੁੰਦਰ ਵਿੱਚ ਫਸਿਆ ਜਹਾਜ਼ ਡੁੱਬਿਆ। ਕਰੀਬ 150 ਲੋਕਾਂ ਨੂੰ ਸੁਰੱਖਿਅਤ ਬਚਾਇਆ। 170 ਲੋਕ ਹਾਲੇ ਵੀ ਲਾਪਤਾ। ਮੁੜ ਵਧੀਆਂ ਤੇਲ ਦੀਆਂ ਕੀਮਤਾਂ। ਪੈਟਰੋਲ 21 ਪੈਸੇ ਤੇ ਡੀਜ਼ਲ 31 ਪੈਸੇ ਪ੍ਰਤੀ ਲੀਟਰ ਹੋਇਆ ਮਹਿੰਗਾ। ਮਈ ਮਹੀਨੇ ਵਿੱਚ 10ਵੀਂ ਵਾਰ ਵਧੇ ਤੇਲ ਦੇ ਰੇਟ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ। ਮੈਂ ਹਾਂ ਤੁਹਾਡਾ ਨਾਮ ਭੁੱਲਰਜੀਤ ਸਿੰਘ ਤੇ ਬੁਲਟਨ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਸ ਵੇਲੇ ਦੀ ਅਹਿਮ ਖਬਰ ਦੀ। ਜੀ ਹਾਂ, ਹੁਣ ਮੰਤਰੀ ਨੂੰ ਤੁਸੀਂ ਆਪਣੇ ਹਸਪਤਾਲਾਂ ਦੀ ਸਿੱਧੀ ਸ਼ਿਕਾਇਤ ਕਰ ਸਕਦੇ ਹੋ। ਹਸਪਤਾਲਾਂ ਦੀ ਮਨਮਾਨੀ ਉੱਤੇ ਪੰਜਾਬ ਸਰਕਾਰ ਵੱਲੋਂ ਸਖਤ ਹੁਕਮ ਜਾਰੀ ਕੀਤੇ ਗਏ ਨੇ। ਬਕਾਇਦਾ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਆਪਣਾ ਨੰਬਰ ਤੱਕ ਜਾਰੀ ਕੀਤਾ ਗਿਆ। ਨੰਬਰ ਤੁਹਾਨੂੰ ਦੱਸਦੇ ਹਾਂ 98726 71010। ਇਸ ਨੰਬਰ ਦੇ ਉੱਪਰ ਤੁਸੀਂ ਸਿੱਧਾ ਸਿਹਤ ਮੰਤਰੀ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਉਹਨਾਂ ਨੂੰ ਸ਼ਿਕਾਇਤ ਕਰ ਸਕਦੇ ਹੋ ਜੇਕਰ ਤੁਹਾਡੇ ਏਰੀਏ ਦੀ ਹਸਪੀਟਲ ਦੇ ਵਿੱਚ ਕੋਈ ਵੀ ਕਮੀ ਜਾਂ ਖਾਮੀ ਪਾਈ ਜਾ ਰਹੀ ਹੈ ਜਾਂ ਫਿਰ ਉਹ ਜ਼ਿਆਦਾ ਇਲਾਜ ਦੇ ਪੈਸੇ ਵਸੂਲ ਰਹੇ ਨੇ ਤਾਂ ਹੈਲਪਲਾਈਨ ਨੰਬਰ 104 ਤੇ ਵੀ ਤੁਸੀਂ ਆਪਣੀ ਸ਼ਿਕਾਇਤ ਕਰ ਸਕਦੇ ਹੋ। ਇਸ ਤੋਂ ਬਿਨਾਂ ਖੁਦ ਸਿਹਤ ਮੰਤਰੀ ਬਲਬੀਰ ਸਿੱਧੂ ਨੰਬਰ ਜਾਰੀ ਕੀਤਾ 98726 71010 ਦੇ ਉੱਪਰ ਵੀ ਤੁਸੀਂ ਆਪਣੀ ਸ਼ਿਕਾਇਤ ਸਿੱਧੀ ਮੰਤਰੀ ਨੂੰ ਕਰ ਸਕਦੇ ਹੋ। ਔਰ ਮੁਸ਼ਕਲ ਦੇ ਸਮੇਂ ਦੇ ਵਿੱਚ ਮੌਕੇ ਲੱਭਣ ਵਾਲਿਆਂ ਨੂੰ ਨਹੀਂ ਬਖਸ਼ਿਆ ਜਾਵੇਗਾ, ਇਹ ਕਿਹਾ ਸਿਹਤ ਮੰਤਰੀ ਬਲਬੀਰ ਸਿੱਧੂ ਨੇ। ਉਹਨਾਂ ਨੇ ਕਿਹਾ ਕਿ ਲੁੱਟਣ ਵਾਲੇ ਹਸਪਤਾਲਾਂ ਨੂੰ ਕੰਟਰੋਲ ਵਿੱਚ ਹੁਣ ਸਰਕਾਰ ਲਵੇਗੀ ਔਰ ਜਿਨ੍ਹਾਂ ਨੇ ਵੀ ਅਜਿਹੀ ਕੁਤਾਹੀ ਵਰਤੀ, ਜਿਨ੍ਹਾਂ ਨੇ ਵੀ ਅਜਿਹਾ ਕੁਝ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਹਸਪਤਾਲਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਚੇਤਾਵਨੀ ਵੀ ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਦਿੱਤੀ ਹੈ। ਔਰ ਇਸ ਵੇਲੇ ਦੀ ਅਹਿਮ ਖਬਰ ਹੈ, ਜੇਕਰ ਤੁਹਾਨੂੰ ਵੀ ਤੁਹਾਡੇ ਹਲਕੇ ਦੇ ਹਸਪਤਾਲ ਤੇ ਮਨਮਾਨੀ ਕਰਨ ਦੇ ਕਿਸੇ ਵੀ ਤਰੀਕੇ ਦੀ ਕੋਈ ਸ਼ਿਕਾਇਤ ਹੈ ਤਾਂ ਤੁਸੀਂ ਸਿਹਤ ਮੰਤਰੀ ਬਲਬੀਰ ਸਿੱਧੂ ਦੇ ਵੱਲੋਂ ਜਾਰੀ ਕੀਤੇ ਗਏ ਨੰਬਰ 98726 71010 ਅਤੇ 104 ਨੰਬਰ ਦੀ ਹੈਲਪਲਾਈਨ ਨੰਬਰ ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਔਰ ਸਿਹਤ ਮੰਤਰੀ ਨੇ ਭਰੋਸਾ ਦਿਵਾਇਆ ਕਿ ਜਲਦ ਹੀ ਬਣਦੀ ਜਿਹੜੀ ਸਖਤ ਕਾਰਵਾਈ ਹੈ ਉਸ ਹਸਪੀਟਲ ਪ੍ਰਸ਼ਾਸਨ ਦੇ ਹਸਪੀਟਲ ਦੇ ਉੱਪਰ ਕੀਤੀ ਜਾਵੇਗੀ। बहुत सारे कंप्लेंट्स आ रहे हैं कि बहुत ज़्यादा ओवरचार्जिंग हो रही है, ਜਿਹੜੀ ਕਿ ਬੜੀ ਮੰਦਭਾਗੀ ਗੱਲ ਹੈ। ਸਾਡੇ ਸੀਐਮ ਸਾਹਿਬ ਨੇ ਵੀ ਕਿਹਾ ਵੀ ਸਟ੍ਰਿਕਟਲੀ ਇਸ ਦੇ ਖਿਲਾਫ ਐਕਸ਼ਨ ਲੈਣਾ ਤੇ ਉਹਨਾਂ ਨੂੰ ਅਸੀਂ ਅਪੀਲ ਵੀ ਕੀਤੀ ਹੈ ਤੇ ਉਹਨਾਂ ਸਾਨੂੰ ਸਹਿਯੋਗ ਦੇਣ ਦੀ ਆਪਣਾ ਵਾਅਦਾ ਵੀ ਕੀਤਾ ਜਿਹੜੀ ਆਈਐਮਏ ਵੀ ਜਿਹੜੇ ਬੰਦੇ ਓਵਰਚਾਰਜ ਕਰਦੇ ਨੇ, ਚਾਹੇ ਉਹ ਕਾਰਪੋਰੇਟ ਸੈਕਟਰ ਹੋਵੇ ਚਾਹੇ ਕੋਈ ਬੰਦਾ ਕਰਦਾ ਹੈ, ਸਰਕਾਰ ਦੀ ਨੌਲੇਜ ਆ ਗਿਆ ਤਾਂ ਅਸੀਂ ਸਰਕਾਰ ਦੀ ਮਦਦ ਕਰਾਂਗੇ, ਸਰਕਾਰ ਦੇ ਨਾਲ ਖੜਾਂਗੇ। ਅਸੀਂ ਅੱਜ ਦੇ ਇਸ ਜਿਹੜੀ ਦੌਰ ਦੇ ਵਿੱਚ ਅਸੀਂ ਪੈਸੇ ਕਮਾਉਣ ਵਾਸਤੇ ਲੋਕਾਂ ਦੀ ਸੇਵਾ ਵਾਸਤੇ ਆਏ ਹਾਂ ਤੇ ਉਹਨਾਂ ਨੇ ਕਾਫੀ ਭਰੋਸੇ ਨਾਲ ਗੱਲ ਕਹੀ ਹੈ ਤੇ ਮੈਂ ਵੀ ਉਹਨਾਂ ਨੂੰ ਇਹੀ ਗੱਲ ਕਹੀ ਵੀ ਇਹ ਸਮਾਜ ਦੇ ਭਲੇ ਦਾ ਕੰਮ ਹੈਗਾ। ਲੋਕੀ ਕੋਈ ਕੋਵਿਡ ਕੇਅਰ ਸੈਂਟਰ ਬਣਾ ਰਹੇ, ਕੋਈ ਆਕਸੀਜਨ ਫ੍ਰੀ ਦੇ ਰਿਹਾ, ਕੋਈ ਮੈਡੀਸਨ ਫ੍ਰੀ ਦੇ ਰਿਹਾ,
ਤੇ ਜਿਹੜੇ ਹਸਪੀਟਲ ਨੇ ਉਹ ਲੋਕਾਂ ਦੇ ਜੇਬਾਂ ਪਾੜ ਰਹੇ ਨੇ। ਇਹ ਗੱਲ ਠੀਕ ਨਹੀਂ ਹੈ, ਇਹਨੂੰ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਬਿਲਕੁਲ ਮੇਰੇ ਨਾਲ ਮੈਨੂੰ ਸਵੇਰੇ ਕਈ ਵਾਰੀ ਫੋਨ ਆ ਜਾਂਦੇ, 104 ਹੈਲਪਲਾਈਨ ਸਾਡੀ ਹੈਗੀ ਆ, ਉਹ ਤਕਰੀਬਨ ਅਸੀਂ ਉਹਨੂੰ ਸਾਰਾ ਮੀਟਿੰਗ ਕਰਨ ਵਾਸਤੇ ਉਹਦਾ ਮੈਂ ਅੱਜ ਆਪਣੇ ਡਿਪਾਰਟਮੈਂਟ ਨੂੰ ਕਹਿਣਾ ਵੀ ਉਹਦਾ ਇੱਕ ਜਿਹੜੇ ਲਾਈਨ ਇੱਥੇ ਵੀ ਕਨੈਕਸ਼ਨ ਦੇਣ ਮੇਰੇ ਕੋਲੇ, ਤਾਂ ਕਿ ਮੈਂ ਵੀ ਉਹਨਾਂ ਦੀ ਸਿੱਧੀ ਸੁਣਵਾਈ ਕਰ ਸਕਾਂ। ਜੇ ਕਿਸੇ ਨੂੰ ਫੇਰ ਵੀ ਕੋਈ ਦਿੱਕਤ ਆਉਂਦੀ ਹੈ, ਮੇਰਾ 9876 710 ਫੋਨ ਨੰਬਰ ਹੈਗਾ। ਸਿਹਤ ਮੰਤਰੀ ਦੇ ਵੱਲੋਂ ਬਕਾਇਦਾ ਨੰਬਰ ਜਾਰੀ ਕੀਤਾ ਗਿਆ, ਉਸ ਦੇ ਉੱਪਰ ਤੁਸੀਂ ਸ਼ਿਕਾਇਤ ਕਰ ਸਕਦੇ ਹੋ ਜੇਕਰ ਤੁਹਾਨੂੰ ਤੁਹਾਡੇ ਹਲਕੇ ਦੇ ਕਿਸੇ ਵੀ ਹਸਪੀਟਲ ਦੇ ਨਾਲ ਕੋਈ ਵੀ ਮਨਮਰਜ਼ੀ ਨੂੰ ਲੈ ਕੇ, ਰੇਟ ਨੂੰ ਲੈ ਕੇ ਜਾਂ ਫਿਰ ਜ਼ਿਆਦਾ ਵਸੂਲੀ ਪੈਸੇ ਨੂੰ ਲੈ ਕੇ ਕਿਸੇ ਵੀ ਤਰੀਕੇ ਦੀ ਸ਼ਿਕਾਇਤ ਸਿੱਧੇ ਤੌਰ ਦੇ ਉੱਪਰ ਤੁਸੀਂ ਦਿੱਤੇ ਹੋਏ ਨੰਬਰ ਦੇ ਉੱਪਰ ਸਿਹਤ ਮੰਤਰੀ ਨਾਲ ਰਾਬਤਾ ਕਰ ਸਕਦੇ ਹੋ। ਇਸ ਖਬਰ ਤੇ ਗੱਲਬਾਤ ਕਰਦੇ ਹਾਂ ਸਾਡੇ ਸਹਿਯੋਗੀ ਨਪਿੰਦਰ ਸਿੰਘ ਬਰਾੜ ਜੁੜ ਰਹੇ। ਨਪਿੰਦਰ, ਤਾਂ ਕਹਿ ਸਕਦੇ ਕਿ ਜਿਸ ਤਰੀਕੇ ਦੇ ਨਾਲ ਇੱਕ ਪਾਸੇ ਤਾਂ ਕੋਵਿਡ ਨੇ ਕਹਿਰ ਬਰਸਾਇਆ ਹੈ, ਕੋਰੋਨਾ ਤੋਂ ਲੋਕ ਪਰੇਸ਼ਾਨ ਨੇ, ਔਰ ਜਿਸ ਤਰੀਕੇ ਦੇ ਨਾਲ ਦੂਸਰੇ ਪਾਸੇ ਹਸਪਤਾਲਾਂ ਦੇ ਪ੍ਰਸ਼ਾਸਨ ਦੇ ਉੱਪਰ ਮੋਟੀ ਰਕਮ ਵਸੂਲਣ ਦੇ ਜਿਹੜੇ ਨੇ ਉਹ ਵੀ ਇਲਜ਼ਾਮ ਲੱਗ ਰਹੇ ਨੇ, ਕਈ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ। ਤਾਂ ਅਜਿਹੇ ਦੇ ਵਿੱਚ ਕਹਿ ਸਕਦੇ ਹਾਂ ਕਿ ਜਿਹੜੀ ਸਖਤ ਤੇਵਰ ਸਿਹਤ ਮੰਤਰੀ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਔਰ ਬਕਾਇਦਾ ਜਿਹੜਾ ਨੰਬਰ ਜਾਰੀ ਕੀਤਾ ਗਿਆ ਉਸ ਦੇ ਉੱਪਰ ਸ਼ਿਕਾਇਤ ਦਰਜ ਕਰਵਾਉਣ ਦੇ ਲਈ ਕਿਹਾ ਗਿਆ। ਇਸ ਤੋਂ ਬਾਅਦ ਕਿਤੇ ਨਾ ਕਿਤੇ ਜਿਹੜਾ ਹਸਪੀਟਲਾਂ ਨੂੰ ਵੀ ਕੰਨ ਹੋਣਗੇ ਔਰ ਉਹ ਅਜਿਹਾ ਕਿਸੇ ਵੀ ਤਰੀਕੇ ਦੀ ਕੋਈ ਵੀ ਕੁਤਾਹੀ ਕਰਨ ਤੋਂ ਗੁਰੇਜ਼ ਕਰਦੇ ਨਜ਼ਰ ਆਉਣਗੇ। ਦੇਖੋ ਬਲਜੀਤ, ਬੇहद ਜ਼ਰੂਰੀ ਹੋ ਗਿਆ ਸੀ, ਕਿਉਂਕਿ ਇੱਕ ਪਾਸੇ ਤਾਂ ਮਹਾਮਾਰੀ ਦੀ ਮਾਰ ਤੇ ਉੱਤੋਂ ਇਹਨਾਂ ਨਿੱਜੀ ਹਸਪਤਾਲਾਂ ਦੀਆਂ ਸਾਹਮਣੇ ਆ ਰਹੀਆਂ ਸ਼ਿਕਾਇਤਾਂ। ਇੱਕ ਤਾਂ ਅਗਲੇ ਦਾ ਮਰੀਜ਼ ਹੈ ਜਿਹੜਾ ਉਹ ਇਸ ਮਹਾਮਾਰੀ ਦਾ ਸ਼ਿਕਾਰ ਹੋ ਜਾਂਦਾ, ਤੇ ਉੱਤੋਂ ਜਦੋਂ ਡੈੱਡ ਬੋਡੀ ਲੈਣ ਦੀ ਗੱਲ ਆਉਂਦੀ ਹੈ ਤਾਂ ਉਦੋਂ ਵੱਡੇ ਵੱਡੇ ਲੱਖਾਂ ਦੇ ਬਿੱਲ ਅਗਲੇ ਦੇ ਸਾਹਮਣੇ ਪਏ ਹੁੰਦੇ ਸੀ। ਲੋਕ ਐਸੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਸੀ ਮਜਬੂਰੀ ਵਸ, ਕਿਉਂਕਿ ਮੰਨ ਲਓ ਅਗਰ ਮਰੀਜ਼ ਸੀਰੀਅਸ ਹੋ ਗਿਆ, ਕਿਸੇ ਹਸਪਤਾਲ ਦੇ ਵਿੱਚ ਬੈੱਡ ਨਹੀਂ ਮਿਲਿਆ ਤਾਂ ਮਜਬੂਰੀ ਵਸ ਉਸ ਨੂੰ ਜਾਣਾ ਪੈਂਦਾ ਨਿੱਜੀ ਹਸਪਤਾਲ ਦੇ ਵਿੱਚ। ਔਰ ਜਿਹੜੇ ਮਿਡਲ ਕਲਾਸ ਲੋਕ ਨੇ ਜਿਨ੍ਹਾਂ ਦਾ ਥੋੜਾ ਬਹੁਤਾ ਹੱਥ ਕਿਤੇ ਨਾ ਕਿਤੇ ਅੜਦਾ ਹੁੰਦਾ, ਜਿਨ੍ਹਾਂ ਕੋਲੇ ਕੋਈ 2-4 ਲੱਖ ਰੁਪਇਆ ਹੁੰਦਾ, ਉਹ ਅਗਰ ਨਿੱਜੀ ਹਸਪਤਾਲ ਦੇ ਵਿੱਚ ਕੋਸ਼ਿਸ਼, ਕਿਉਂਕਿ ਹਰੇਕ ਦੀ ਹੁੰਦੀ ਹੈ ਕਿ ਸਾਡਾ ਮਰੀਜ਼ ਬਚ ਜਾਵੇ, ਹਰ ਇੱਕ ਨੂੰ ਹੁੰਦਾ ਹੈ ਕਿ ਸਾਡੇ ਮਰੀਜ਼ ਦਾ ਕਿਤੇ ਨੁਕਸਾਨ ਨਾ ਹੋ ਜਾਏ, ਕੋਈ ਰਿਸਕ ਨਹੀਂ ਲੈਣਾ ਚਾਹੁੰਦਾ। ਤੇ ਜੇ ਉਹ ਥੋੜਾ ਬਹੁਤਾ ਸਹਿੰਦੇ ਨੇ ਤੇ ਉਹ ਨਿੱਜੀ ਹਸਪਤਾਲ ਦੇ ਵਿੱਚ ਜਾਂਦੇ ਨੇ, ਤਾਂ ਉੱਥੇ ਜੇ ਉਹਨਾਂ ਕੋਲ 2-3 ਲੱਖ ਆ ਤਾਂ ਬਿੱਲ 8-8, 10-10 ਲੱਖ ਤੇ ਪਹੁੰਚ ਜਾਂਦਾ। ਯਾਨੀ ਹਾਲਾਤ ਇੰਨੇ ਕੁ ਖਤਰਨਾਕ ਹੋ ਗਏ ਕਿ ਲੋਕ ਡਰਨ ਲੱਗੇ ਕਿ ਇੱਕ ਤਾਂ ਬਿਮਾਰੀ ਦੀ ਮਾਰ ਹੈ ਤੇ ਉੱਤੋਂ ਡਾਕਟਰਾਂ ਨੇ ਸਾਨੂੰ ਮਾਰਕਤ ਨਾ। ਸਿਹਤ ਮੰਤਰੀ ਦੇ ਕੋਲ ਲਗਾਤਾਰ ਇਸ ਤਰ੍ਹਾਂ ਮਾਮਲੇ ਸਾਹਮਣੇ ਆ ਰਹੇ ਸੀ, ਲਗਾਤਾਰ ਸਿਹਤ ਵਿਭਾਗ ਕੋਲੇ ਮਾਮਲੇ ਸਾਹਮਣੇ ਆ ਰਹੇ ਸੀ। ਤਾਂ ਅਜਿਹੇ ਹਾਲਾਤਾਂ ਦੇ ਵਿੱਚ ਕੱਲ ਮੀਟਿੰਗ ਕੀਤੀ ਗਈ ਸੀ ਸਿਹਤ ਮੰਤਰੀ ਦੇ ਵੱਲੋਂ IMA ਦੇ ਨਾਲ, ਤਾਂ ਉਹਦੇ ਵਿੱਚ ਸਾਫ਼ ਤੌਰ ਤੇ ਉਹਨਾਂ ਨੂੰ ਸਮਝਾਇਆ ਗਿਆ ਕਿ ਭਾਈ ਨਿੱਜੀ ਹਸਪਤਾਲਾਂ ਦੀਆਂ ਬਹੁਤ ਸ਼ਿਕਾਇਤਾਂ ਆ ਰਹੀਆਂ ਨੇ। ਅਗਰ ਮਹਾਮਾਰੀ ਨੂੰ ਮੌਕਾ ਸਮਝਣਗੇ ਹਸਪਤਾਲ, ਅਗਰ ਇਸ ਮਹਾਮਾਰੀ ਨੂੰ ਇੱਕ ਅਵਸਰ ਦੇ ਤੌਰ ਤੇ ਲੈਣਗੇ ਕਿ ਅੱਜ ਕਮਾਈ ਦਾ ਟਾਈਮ ਆ ਤੇ ਕਮਾਈ ਕਰ ਲਈਏ, ਤਾਂ ਪੰਜਾਬ ਦੀ ਜਨਤਾ ਮਾਰੀ ਜਾਏਗੀ। ਲੋਕਾਂ ਦੇ ਨਾਲ ਸਿੱਧੇ ਤੌਰ ਤੇ ਨਜਾਇਜ਼ ਧੱਕਾ ਹੈ, ਕਿਉਂਕਿ ਇਹ ਬਿਮਾਰੀ ਇਹ ਨਹੀਂ ਦੇਖਦੀ ਕਿ ਡਾਕਟਰ ਨੂੰ ਨਹੀਂ ਹੋਣਾ ਤੇ ਆਮ ਬੰਦਿਆਂ ਨੂੰ ਹੋਣਾ। ਤੇ ਜਿਹੜੇ ਅੱਜ ਇਸ ਬਿਮਾਰੀ ਨੂੰ, ਮਹਾਮਾਰੀ ਨੂੰ ਅਵਸਰ ਸਮਝ ਰਹੇ ਨੇ, ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਉਹ ਇਸ ਬਿਮਾਰੀ ਦਾ ਸ਼ਿਕਾਰ ਨਹੀਂ ਹੋਣਗੇ। ਖੂਬ ਕੱਲ ਡਿਟੇਲ ਦੇ ਵਿੱਚ ਗੱਲਬਾਤ ਹੋਈ ਤਾਂ IMA ਨੇ ਭਰੋਸਾ ਦਿੱਤਾ ਹੈ ਕਿ ਜੇਕਰ ਸਾਡਾ ਕੋਈ ਨਿੱਜੀ ਹਸਪਤਾਲ ਇਸ ਤਰ੍ਹਾਂ ਦੀ ਹਰਕਤ ਕਰੇਗਾ ਤਾਂ ਅਸੀਂ ਉਹਨਾਂ ਦਾ ਸਾਥ ਨਹੀਂ ਦਿਆਂਗੇ। ਸਰਕਾਰ ਜਾਂ ਸਿਹਤ ਮਹਿਕਮਾ ਸਖਤ ਕਾਰਵਾਈ ਕਰ ਸਕਦਾ। ਤਾਂ ਕੱਲ ਉਸ ਦੀ ਉਦਾਹਰਨ ਪਹਿਲੀ ਦੇਖਣ ਨੂੰ ਵੀ ਮਿਲ ਗਈ। ਕੱਲ ਸ਼ਾਮੀ ਜ਼ੀਰਕਪੁਰ, ਮੋਹਾਲੀ ਦੇ ਜ਼ੀਰਕਪੁਰ ਦੇ ਵਿੱਚ ਇੱਕ ਨਿੱਜੀ ਹਸਪਤਾਲ ਦੀ ਸ਼ਿਕਾਇਤ ਜਿਹੜੀ ਆਈ ਹੋਈ ਸੀ, ਉਹਦੀ ਜਾਂਚ ਰਿਪੋਰਟ ਆ ਜਿਹੜੀ ਉਹ ਪਹੁੰਚ ਚੁੱਕੀ ਹੈ DC ਮੋਹਾਲੀ ਦੇ ਕੋਲੇ, ਔਰ ਉਹ ਸਰਕਾਰ ਕੋਲੇ ਆਉਣੀ ਹੈ ਤੇ ਸਿੱਧਾ ਐਕਸ਼ਨ ਹੋਣਾ ਹੈ। ਕਿ ਉਸ ਦੇ ਵਿੱਚ ਕੀ ਐਕਸ਼ਨ ਹੋਣਾ ਉਹ ਅੱਗੇ ਪਤਾ ਲੱਗ ਜਾਏਗਾ। ਪਰ ਸਿਹਤ ਮੰਤਰੀ ਨੇ ਸਾਫ਼ ਸੰਕੇਤ ਦੇ ਦਿੱਤੇ ਕਿ ਹੁਣ ਤੁਹਾਨੂੰ ਲੁੱਟ ਬੰਦ ਕਰਨੀ ਪਏਗੀ। ਅੱਜ ਮਨੁੱਖਤਾ ਨੂੰ, ਮਾਨਵਤਾ ਨੂੰ ਬਚਾਉਣ ਦੀ ਜ਼ਰੂਰਤ ਹੈ। ਔਰ ਜਿਹੜੀ ਗੱਲ ਸੀ ਕਿ ਸ਼ਿਕਾਇਤ, ਕੱਲ ਜਿਸ ਤਰ੍ਹਾਂ ਅਸੀਂ ਸ਼ਾਮੀ ਗੱਲ ਕਰ ਰਹੇ ਸੀ ਕਿ ਜਦੋਂ ਮੰਨ ਲਓ ਕਿਸੇ ਕੋਲੇ ਸ਼ਿਕਾਇਤ ਆ ਗਈ ਤਾਂ ਉਹ ਸ਼ਿਕਾਇਤ ਕਿੱਥੇ ਕਰਨੀ ਹੈ, ਸਿਹਤ ਮੰਤਰੀ ਤੱਕ ਕਿਵੇਂ ਪਹੁੰਚਾਉਣੀ ਹੈ ਸ਼ਿਕਾਇਤ, ਤਾਂ ਉਸ ਦੇ ਲਈ ਅੱਜ ਸਾਫ਼ ਤੌਰ ਤੇ, ਕਿਉਂਕਿ ਅਸੀਂ ਕੱਲ ਕਿਹਾ ਸੀ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਸਿਹਤ ਮੰਤਰੀ ਕੋਈ ਐਸਾ ਨੰਬਰ ਜਾਰੀ ਕਰਨ ਜਿਹਦੇ ਤੋਂ ਸਿੱਧੇ ਤੌਰ ਤੇ ਜਿਹੜੇ ਆਮ ਲੋਕ ਨੇ ਸੰਪਰਕ ਕਰ ਸਕਣ ਸਿੱਧਾ ਸਿਹਤ ਮੰਤਰੀ ਦੇ ਨਾਲ, ਤਾਂ ਉਹ ਬਿਲਕੁਲ ਅੱਜ ਹੋਇਆ। 104 ਨੰਬਰ ਹੈਲਪਲਾਈਨ ਜਿਹੜੀ ਹੈ ਉਹ ਪਹਿਲਾਂ ਹੀ ਜਾਰੀ ਕਰ ਦਿੱਤੀ ਗਈ ਹੈ ਪ੍ਰਸ਼ਾਸਨ ਦੇ ਵੱਲੋਂ। ਤਾਂ ਸਿਹਤ ਮੰਤਰੀ ਨੇ ਭਰੋਸਾ ਦਿਵਾਇਆ, ਸਾਡੀ ਜਦੋਂ ਉਹਨਾਂ ਨੂੰ ਸਲਾਹ ਦਿੱਤੀ ਗਈ, ਸਾਡਾ ਮਸ਼ਵਰਾ ਸੀ ਨਿਊਜ਼ 18 ਦਾ ਕਿ ਤੁਹਾਡੇ ਤੱਕ ਕਿਵੇਂ ਸੰਪਰਕ ਕਰਨ, ਤਾਂ ਸਿਹਤ ਮੰਤਰੀ ਨੇ ਸਾਫ਼ ਕੀਤਾ ਕਿ 104 ਨੰਬਰ ਹੈਲਪਲਾਈਨ ਦਾ ਇੱਕ ਟੈਲੀਫੋਨ ਸੈੱਟ ਮੇਰੇ ਘਰ ਲੱਗੇਗਾ। ਤਾਂ ਉਹਦੇ ਤੇ ਸਿੱਧੀ ਮੇਰੇ ਨਾਲ ਗੱਲ ਕੀਤੀ ਜਾ ਸਕੇਗੀ, ਸਿੱਧੀ ਮੇਰੀ ਟੀਮ ਦੇ ਨਾਲ ਗੱਲ ਕੀਤੀ ਜਾ ਸਕੇਗੀ, ਤਾਂ ਕਿ ਐਸਾ ਨਾ ਹੋਵੇ ਕਿ ਆਮ ਲੋਕਾਂ ਨੂੰ ਲੱਗੇ ਕਿ ਅਸੀਂ ਕੰਪਲੇਂਟ ਕਰਤੀ ਪਰ ਇਹਦਾ ਹੋਣਾ ਕੁਛ ਨਹੀਂ। ਤਾਂ ਅਜਿਹੇ ਦੇ ਵਿੱਚ ਕੰਪਲੇਂਟ ਸਿਰੇ ਲਾਉਣ ਦੇ ਲਈ ਇਹ ਕੋਸ਼ਿਸ਼ ਕੀਤੀ ਗਈ ਆ। ਦੂਜੀ ਗੱਲ, ਸਿਹਤ ਮੰਤਰੀ ਨੇ ਆਪਣਾ ਨਿੱਜੀ ਨੰਬਰ ਵੀ ਜਿਹੜਾ ਹੈਗਾ ਅੱਜ ਜਾਰੀ ਕਰ ਦਿੱਤਾ। ਉਹਨਾਂ ਸਾਫ਼ ਤੌਰ ਤੇ ਕਿਹਾ ਕਿ ਜੇ ਮੰਨ ਲਓ ਕਿਤੇ ਵੀ ਸੰਪਰਕ ਨਹੀਂ ਹੋ ਰਿਹਾ ਤਾਂ ਸਿੱਧਾ ਮੈਨੂੰ ਮੇਰੇ ਨਿੱਜੀ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ, ਤਾਂ ਕਿ ਆਮ ਲੋਕਾਂ ਦੀ ਸਮੱਸਿਆ ਮੇਰੇ ਤੱਕ ਪਹੁੰਚ ਸਕੇ।
ਤਾਂ ਸਿਹਤ ਮੰਤਰੀ ਨੇ ਜਿਹੜਾ ਨਿੱਜੀ ਨੰਬਰ ਆਪਣਾ ਅੱਜ ਜਾਰੀ ਕੀਤਾ ਸੀ, ਅਸੀਂ ਨਿਊਜ਼ 18 ਤੇ ਲਗਾਤਾਰ ਦਿਖਾ ਰਹੇ ਹਾਂ, ਤਾਂ ਉਹ ਨੰਬਰ ਹੈ 98726 71010 9872671010। ਇਹ ਨੰਬਰ ਸਿਹਤ ਮੰਤਰੀ ਪੰਜਾਬ ਨੇ ਜਾਰੀ ਕੀਤਾ। ਇਹ ਉਹਨਾਂ ਦਾ ਆਪਣਾ ਮੋਬਾਈਲ ਨੰਬਰ ਹੈ ਕਿ ਜੇ ਕਿਸੇ ਦੇ ਨਾਲ ਧੱਕਾ ਹੋ ਰਿਹਾ, ਜੇ ਕਿਸੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਸਿਹਤ ਨਾਲ ਜੁੜੀ ਹੋਈ ਕੋਈ ਸ਼ਿਕਾਇਤ ਆ, ਨਿੱਜੀ ਹਸਪਤਾਲ ਕਿਤੇ ਲੁੱਟ ਕਰ ਰਿਹਾ, ਤਾਂ ਚੁੱਪ ਕਰਕੇ ਇਸ ਨੰਬਰ ਤੇ ਫੋਨ ਕਰੋ। ਪਹਿਲਾਂ ਕਰੋ 104 ਨੰਬਰ ਤੇ, ਜੇ 104 ਨੰਬਰ ਤੇ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਉਸ ਤੋਂ ਬਾਅਦ ਤੁਸੀਂ ਇਸ ਨਿੱਜੀ ਨੰਬਰ ਤੇ ਫੋਨ ਕਰੋ, ਤਾਂ ਕਿ ਜਿਹੜਾ ਹੈਗਾ ਇਸ ਨੰਬਰ ਤੇ ਵੀ ਜ਼ਿਆਦਾ ਪ੍ਰੈਸ਼ਰ ਨਾ ਬਣੇ ਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਵੀ ਜਿਹੜਾ ਹੈਗਾ ਹੱਲ ਹੋ ਸਕੇ। ਤਾਂ ਦੇਖੋ, ਸਿਹਤ ਮੰਤਰੀ ਦੇ ਨਾਲ ਅਸੀਂ ਇਸ ਬਾਰੇ ਵੀ ਗੱਲ ਕੀਤੀ ਕਿ ਮੰਨ ਲਓ ਤੁਹਾਡੇ ਕੋਲ ਸ਼ਿਕਾਇਤ ਆ ਜਾਂਦੀ ਆ, ਤਾਂ ਉਸ ਸ਼ਿਕਾਇਤ ਤੋਂ ਬਾਅਦ ਤੁਸੀਂ ਕਰੋਗੇ ਕੀ, ਆਖਿਰ ਕਿਸ ਪੱਧਰ ਦੀ ਜਿਹੜੀ ਕਾਰਵਾਈ ਹੋਵੇਗੀ। ਤਾਂ ਸਿਹਤ ਮੰਤਰੀ ਨੇ ਸਾਫ਼ ਕੀਤਾ ਕਿ ਕਾਰਵਾਈ ਦੇ ਤਹਿਤ ਨੰਬਰ 1 ਤਾਂ ਅਸੀਂ ਹਸਪਤਾਲ ਸੀਲ ਕਰ ਸਕਦੇ ਹਾਂ, ਨੰਬਰ 2 ਅਸੀਂ ਉਸ ਹਸਪਤਾਲ ਨੂੰ ਟੇਕ ਓਵਰ ਵੀ ਕਰ ਸਕਦੇ ਹਾਂ, ਯਾਨੀ ਸਰਕਾਰੀ ਅਮਲਾ ਉਸ ਹਸਪਤਾਲ ਨੂੰ ਚਲਾਏਗਾ, ਪੂਰਾ ਤਾਮਝਾਮ ਸਰਕਾਰ ਦੇ ਅਧੀਨ ਹੋ ਜਾਵੇਗਾ। ਮਹਾਮਾਰੀ ਐਕਟ ਦੇ ਤਹਿਤ ਇਹ ਨਿਯਮ ਆਲਰੇਡੀ ਬਣਿਆ ਹੋਇਆ। ਪਿਛਲੇ ਸਾਲ ਇਸ ਨਿਯਮ ਦੇ ਤਹਿਤ ਇਸ ਨਿਯਮ ਨੂੰ ਲਾਗੂ ਕਰਦਿਆਂ ਨਾਲ ਹੀ ਇਹ ਵੀ ਕਹਿ ਦਿੱਤਾ ਗਿਆ ਸੀ ਕਿ ਨਿੱਜੀ ਹਸਪਤਾਲਾਂ ਨੂੰ ਇੱਕ ਰੇਟ ਲਿਸਟ ਜਿਹੜੀ ਹੈ ਉਹ ਜਾਰੀ ਕੀਤੀ ਜਾਂਦੀ ਹੈ। ਤਾਂ ਰੇਟ ਲਿਸਟ ਜਾਰੀ ਕੀਤੀ ਗਈ ਸੀ ਨਿੱਜੀ ਹਸਪਤਾਲਾਂ ਦੇ ਲਈ ਕਿ ਜੇ ਕੋਈ ਆਈਸੋਲੇਸ਼ਨ ਬੈੱਡ ਕੋਈ ਹਸਪਤਾਲ ਦਿੰਦਾ ਤੇ ਉੱਥੇ ਆਕਸੀਜਨ ਵੀ ਜਿਹੜੀ ਮਰੀਜ਼ ਨੂੰ ਲੱਗਦੀ ਆ, ਤਾਂ ਉੱਥੇ 10,000 ਰੁਪਏ ਦਾ ਜਿਹੜਾ ਹੈਗਾ ਪਰ ਡੇ ਤੇ 1200 ਰੁਪਇਆ ਪੀਪੀ ਕਿੱਟ ਦਾ। ਇਸ ਤਰ੍ਹਾਂ ਦੀ ਇੱਕ ਜਿਹੜੀ ਆਲ ਪ੍ਰਾਈਵੇਟ ਮੈਡੀਕਲ ਕਾਲਜ ਦਾ ਰੇਟ ਹੈ। ਇਹ ਪ੍ਰਾਈਵੇਟ ਮੈਡੀਕਲ ਕਾਲਜਸ ਨੇ ਜਿਹੜੇ ਜਾਂ ਮੈਡੀਕਲ ਇੰਸਟੀਚਿਊਟ ਨੇ, ਉਹਨਾਂ ਦਾ ਇਹ ਰੇਟ ਆ 10,000 ਰੁਪਇਆ ਵਿਦ ਆਕਸੀਜਨ ਔਰ ਵਿਦ ਪੀਪੀ ਕਿੱਟ 1200 ਰੁਪਇਆ ਪੀਪੀ ਕਿੱਟ ਦਾ ਐਕਸਟਰਾ ਤੇ 10,000 ਰੁਪਇਆ ਬੈੱਡ ਦਾ ਖਰਚਾ ਇੱਕ ਦਿਨ ਦਾ। ਪਰ ਜੇ ਉਸ ਨੂੰ ਵਿਦਆਊਟ ਵੈਂਟੀਲੇਟਰ ਆਈਸੀਯੂ ਦੇ ਵਿੱਚ ਰੱਖਿਆ ਜਾਂਦਾ ਤੁਸੀਂ ਲਗਾਤਾਰ ਸਾਡੇ ਨਾਲ ਬਣੇ ਰਹੋ। ਔਰ ਜਿਸ ਤਰੀਕੇ ਦੇ ਨਾਲ ਨਪਿੰਦਰ ਇਹ ਸਿਹਤ ਮੰਤਰੀ ਦੇ ਵੱਲੋਂ ਜਿਹੜਾ ਨੰਬਰ ਜਾਰੀ ਕੀਤਾ ਗਿਆ ਉਸ ਦੇ ਨਾਲ ਸਿੱਧਾ ਰਾਬਤਾ ਕਰ, ਤੁਸੀਂ ਲਗਾਤਾਰ ਬਣੇ ਰਹੋ। ਨਪਿੰਦਰ, ਸਾਡੇ ਨਾਲ ਇਸ ਵੇਲੇ ਦਰਸ਼ਕ ਖੰਨਾ ਸ਼ਹਿਰ ਤੋਂ ਹਰਜਿੰਦਰ ਸਿੰਘ ਜੁੜ ਰਹੇ ਨੇ। ਹਰਜਿੰਦਰ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਦੇ ਉੱਪਰ। ਕੀ ਕਹਿਣਾ ਚਾਹੁੰਦੇ ਹੋ? ਪਹਿਲੀ ਗੱਲ ਤੇ ਇਹ ਵੀ ਕੋਈ ਐਕਸ਼ਨ ਨਹੀਂ ਹੁੰਦਾ, ਸਿਰਫ ਡਰਾਮਾ ਹੋ ਰਿਹਾ ਹੈ। ਖੰਨਾ ਵਿੱਚ ਇੱਕ ਹਸਪਤਾਲ ਨੇ ਯਮਨਾ ਨਗਰ ਦੇ ਇੱਕ ਬੰਦੇ ਕੋਲੋਂ 8.5 ਲੱਖ ਬਿੱਲ ਬਣਾਤਾ। ਡੀਸੀ ਕੋਲ ਰਿਪੋਰਟ ਗਈ, ਡੀਸੀ ਨੇ ਉਹਨੂੰ ਪੁੱਛਿਆ ਮੀਟਿੰਗ ਵਿੱਚ, ਉਸ ਤੋਂ ਬਾਅਦ ਡੀਸੀ ਨੇ ਇਨਕੁਆਇਰੀ ਕਰਵਾਈ, ਇਨਕੁਆਇਰੀ ਰਿਪੋਰਟ ਚਲੀ ਗਈ ਹੈ, ਅਜੇ ਤੱਕ ਕੋਈ ਐਕਸ਼ਨ ਨਹੀਂ ਹੋਇਆ। ਜਦੋਂ ਕਿ 8.5 ਲੱਖ ਬਿੱਲ ਬਣਾਤਾ 10 ਦਿਨਾਂ ਦਾ, ਬੰਦਾ ਮਰ ਵੀ ਗਿਆ। ਦੂਜੀ ਗੱਲ, ਤੁਸੀਂ ਜਿਹੜੇ ਰੇਟ ਦਿਖਾ ਰਹੇ ਹੋ, ਜਿਹੜੇ ਸਰਕਾਰ ਨੇ ਰੇਟ ਅਪਰੂਵ ਕੀਤੇ ਨੇ, ਇਹ ਵੀ ਲੁੱਟ ਹੈ ਕੀ ਹੈ? ਇੱਕ ਬੈੱਡ ਦਾ ਜਿਹਦੇ ਆਕਸੀਜਨ ਲੱਗਣੀ ਹੈ ਉਹਦਾ 9,000 ਰੁਪਏ ਦਿਹਾੜੀ ਦਾ, ਇਹ ਲੁੱਟ ਨਹੀਂ ਹੈ? ਇਹ ਕੀ ਹੈ? ਤੁਸੀਂ ਵੀ ਮਦਦ ਕਰ ਰਹੇ ਹੋ। ਤੁਹਾਨੂੰ ਕਹਿਣਾ ਚਾਹੀਦਾ ਆਈਸੀਯੂ ਦਾ 15,000 ਰੁਪਇਆ, ਦੁਨੀਆ ਦਾ 18,000 ਰੁਪਇਆ, ਇਹ ਲੁੱਟ ਨਹੀਂ ਗਈ? 18,000 ਕਾਹਦਾ ਖਰਚ ਹੋਣਾ? ਪਰ ਆਕਸੀਜਨ ਦਾ ਇੱਕ ਅਦਾਰਾ ਬਣਿਆ ਹੋਇਆ ਨੈਬ ਦਾ, ਉਸ ਤੋਂ ਇਹ ਜਿਹੜੇ ਨੇ ਉਹ ਜਿਹੜੇ ਇੰਡੀਆ ਲੈਵਲ ਦੇ ਜਿਹੜੇ ਰੇਟ ਨੇ ਉਹ ਤੈਅ ਕੀਤੇ ਜਾਂਦੇ ਨੇ। ਇਹ ਕੋਈ ਆਮ ਕਮੇਟੀ ਜਾਂ ਉਹਨਾਂ ਵੱਲੋਂ ਤੈਅ ਨਹੀਂ ਕੀਤੇ ਗਏ। ਔਰ ਜਿਸ ਤਰੀਕੇ ਦੇ ਨਾਲ ਤੁਸੀਂ ਜ਼ਿਕਰ ਕੀਤਾ ਕਿ ਜਿਹੜੀ ਪ੍ਰਾਈਵੇਟ ਹਸਪੀਟਲਾਂ ਦੇ ਵੱਲ ਲੁੱਟ ਮਚਾਈ ਜਾ ਰਹੀ ਹੈ, ਜਿਵੇਂ ਜ਼ਿਕਰ ਕੀਤਾ ਕਿ ਮਰੀਜ਼ ਵੀ ਉਸ ਦੀ ਡੈਥ ਹੋ ਗਈ ਔਰ 8 ਲੱਖ ਦਾ ਬਿੱਲ ਬਣਾਤਾ, ਸ਼ਾਇਦ ਇਸੇ ਲਈ ਅੱਜ ਸਿਹਤ ਮੰਤਰੀ ਦੇ ਵੱਲੋਂ ਵੀ ਇਹ ਨੰਬਰ ਜਾਰੀ ਕੀਤਾ ਗਿਆ। ਔਰ ਸਿੱਧੇ ਤੌਰ ਦੇ ਉੱਪਰ ਅਸੀਂ ਤੁਹਾਨੂੰ ਵੀ ਅਪੀਲ ਕਰਦੇ ਹਾਂ, ਤੁਹਾਡੇ ਰਾਹੀਂ ਪੂਰੇ ਸੂਬਾ ਭਰ ਦੇ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਜਿੱਥੇ ਕਿਤੇ ਵੀ ਤੁਹਾਨੂੰ ਲੱਗਦਾ ਕਿ ਪ੍ਰਸ਼ਾਸਨ ਕੋਤਾਹੀ ਵਰਤ ਰਿਹਾ, ਮਾਫ ਕਰਨਾ, ਜਿੱਥੇ ਸਥਾਨਕ ਹਸਪੀਟਲ ਤੁਹਾਡੇ ਸਹੀ ਕੰਮ ਨਹੀਂ ਕਰ ਰਹੇ, ਤੁਸੀਂ 9876 71010 ਜਾਂ ਫਿਰ 104 ਨੰਬਰ ਜਿਹੜਾ ਕਿ ਹੈਲਪਲਾਈਨ ਨੰਬਰ ਆ ਉਸ ਦੇ ਉੱਪਰ ਆਪਣੀ ਸ਼ਿਕਾਇਤ ਰਜਿਸਟਰਡ ਕਰਾ ਸਕਦੇ ਹੋ। ਪਰ ਜੇਕਰ ਫਿਰ ਵੀ ਤੁਹਾਡੀ ਸੁਣਵਾਈ ਨਹੀਂ ਹੁੰਦੀ ਤਾਂ ਸੂਬੇ ਭਰ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਨਿਊਜ਼ 18 ਪੰਜਾਬ ਦੇ ਰਿਪੋਰਟਰ ਨੇ, ਤੁਸੀਂ ਉਹਨਾਂ ਦੇ ਰਾਹੀਂ ਵੀ ਆਪਣੀ ਜਿਹੜੀ ਆਵਾਜ਼ ਹੈ ਉਹ ਸਰਕਾਰ ਦੇ ਅਦਾਰੇ ਤੱਕ ਪਹੁੰਚਾ ਸਕਦੇ ਹੋ। ਫਿਲਹਾਲ ਤੁਸੀਂ ਵੀ ਆਪਣਾ ਪੱਖ ਰੱਖਿਆ। ਔਰ ਨਪਿੰਦਰ ਵੀ ਸਾਡੇ ਸਹਿਯੋਗੀ ਜੁੜੇ ਹੋਏ ਨੇ, ਹਰਜਿੰਦਰ ਜੀ, ਉਹਨਾਂ ਨਾਲ ਵੀ ਗੱਲਬਾਤ। ਨਪਿੰਦਰ, ਜਿਸ ਤਰੀਕੇ ਦੇ ਨਾਲ ਖੰਨੇ ਤੋਂ ਸਾਡੇ ਦਰਸ਼ਕ ਜੁੜੇ ਸੀ, ਇਹਨਾਂ ਨੇ ਕਿਹਾ ਕਿ ਮਰੀਜ਼ ਦੀ ਵੀ ਡੈਥ ਹੋ ਗਈ ਔਰ ਜਿਹੜਾ ਬਿੱਲ ਸੀ ਉਹ 8 ਤੋਂ 8.5 ਲੱਖ ਰੁਪਇਆ ਬਣਾ ਦਿੱਤਾ ਗਿਆ। ਔਰ ਉਸ ਤੋਂ ਬਾਅਦ ਜਦੋਂ ਡੀਸੀ ਨੂੰ ਰਿਪੋਰਟ ਸੌਂਪੀ ਗਈ, ਤਾਂ ਪਰ ਇਹ ਮਾਮਲਾ ਕਿਸੇ ਇੱਕ ਥਾਂ ਦਾ ਨਹੀਂ ਹੈ, ਅਲੱਗ-ਅਲੱਗ ਸੂਬੇ ਭਰ ਦੇ ਵਿੱਚੋਂ ਹੀ ਅਜਿਹੀਆਂ ਜਿਹੜੀਆਂ ਨੇ ਉਹ ਖਬਰਾਂ ਆ ਰਹੀਆਂ ਨੇ। ਸ਼ਾਇਦ ਇਸੇ ਲਈ ਸਿਹਤ ਮੰਤਰੀ ਨੂੰ ਇਹ ਚੇਤਾਵਨੀ ਦੇਣ ਦੀ ਜ਼ਰੂਰਤ ਪਈ ਹੈ ਅੱਜ। ਪੁਲ ਜੀ, ਦੇਖੋ, ਆਪਾਂ ਸ਼ੁਰੂ ਦੇ ਵਿੱਚ ਇਹ ਗੱਲ ਕਹੀ ਸੀ ਕਿ ਇੱਕ ਤਾਂ ਮਹਾਮਾਰੀ ਦੀ ਮਾਰ ਤੇ ਉੱਤੋਂ ਇਹਨਾਂ ਨਿੱਜੀ ਹਸਪਤਾਲਾਂ ਦੇ ਵਿੱਚੋਂ ਕਈ ਐਸੀਆਂ ਕਾਲੀਆਂ ਭੇਡਾਂ ਜਿਹੜੀਆਂ ਇਸ ਮਹਾਮਾਰੀ ਨੂੰ ਮੌਕਾ ਸਮਝ ਰਹੀਆਂ ਨੇ ਕਮਾਈ ਦਾ, ਅਵਸਰ ਸਮਝ ਰਹੀਆਂ ਨੇ ਕਮਾਈ ਦਾ। ਇੱਕ ਤਾਂ ਮਰੀਜ਼ ਪਹਿਲਾਂ ਹੀ ਇਸ ਮਹਾਮਾਰੀ ਦਾ ਸ਼ਿਕਾਰ ਹੋ ਜਾਂਦਾ, ਪਰ ਡੇ ਦੇ ਹਿਸਾਬ ਨਾਲ ਕਈ ਦਿਨ ਉੱਥੇ ਰੱਖ ਕੇ 8-8 10-10 ਲੱਖ ਰੁਪਇਆ ਬਿੱਲ ਬਣ ਜਾਂਦਾ। ਔਰ ਉਸ ਤੋਂ ਬਾਅਦ ਮਾੜੀ ਕਿਸਮਤ ਹੁੰਦੀ ਕਈ ਵਾਰੀ ਤੇ ਉਸ ਮਰੀਜ਼ ਦੀ ਮੌਤ ਹੋ ਜਾਂਦੀ ਹੈ, ਤਾਂ 8-10 ਲੱਖ ਰੁਪਇਆ ਬਿੱਲ ਵੀ ਅਗਲੇ ਦੇ ਸਰਾਣੇ ਪਿਆ ਹੁੰਦਾ, ਤੇ ਨਹੀਂ ਤਾਂ ਡੈੱਡ ਬੋਡੀ ਦੇਣ ਤੋਂ ਇਨਕਾਰ ਕਰ ਦਿੱਤਾ ਜਾਂਦਾ। ਉਹੀ ਅਸੀਂ ਗੱਲ ਪਹਿਲਾਂ ਹੀ ਕੀਤੀ ਸੀ ਕਿ ਅਗਰ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਨੇ, ਅਗਰ ਇਸ ਤਰ੍ਹਾਂ ਕੀਤਾ ਜਾਂਦਾ ਤਾਂ ਇਹ ਬਿਲਕੁਲ ਜਿਹੜਾ ਹੈਗਾ ਸਰਕਾਰ ਨੇ ਦਾਅਵਾ ਕੀਤਾ
ਕਿ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ। ਜਿਹੜਾ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਜਾਂ ਜਿਹੜੇ ਰੇਟ ਤੈਅ ਕੀਤੇ ਗਏ ਨੇ ਉਹ ਤਾਂ ਕਰਕੇ ਕੀਤੇ ਗਏ ਨੇ ਤਾਂ ਕਿ ਆਮ ਲੋਕਾਂ ਨੂੰ ਰਾਹਤ ਮਿਲ ਸਕੇ। ਜੋ ਦੂਜੀ ਗੱਲ ਜਿਹੜੀ ਇਹਨਾਂ ਨੇ ਕਹੀ ਕਿ 15,000 10,000 ਰੁਪਇਆ ਕੋਈ ਰੇਟ ਨਹੀਂ ਹੋ ਸਕਦਾ, ਦੇਖੋ ਗੱਲ ਇਹ ਆ ਪੁਲਰਜੀਤ, ਇਹ ਵੱਡੇ ਹਸਪਤਾਲ ਨੇ ਜਿਹੜੇ ਮੈਡੀਕਲ ਕਾਲਜ ਟਾਈਪ ਦੇ ਨਿੱਜੀ ਬਹੁਤ ਵੱਡੇ ਹਸਪਤਾਲ ਨੇ, ਇਹ ਉਹਨਾਂ ਦੇ ਰੇਟ ਦੀ ਗੱਲ ਹੋ ਰਹੀ ਆ ਕਿ ਕਿਸੇ ਦੇ ਵੀ ਲੁੱਟ ਨਾ ਹੋਵੇ। ਜਿਹੜਾ ਕੋਈ ਮਿਡਲ ਕਲਾਸ ਬੰਦਾ ਹੈ ਤਾਂ ਉਹ ਇੰਨੇ ਵੱਡੇ ਹਸਪਤਾਲਾਂ ਦਾ ਰੁਖ ਨਹੀਂ ਕਰਦਾ, ਉਹਨਾਂ ਦੇ ਲਈ ਸਿਵਲ ਹਸਪਤਾਲ ਸਰਕਾਰੀ ਹਸਪਤਾਲ ਆਲਰੇਡੀ ਬਣੇ ਹੋਏ ਨੇ। ਤੇ ਜੇ ਕਿਸੇ ਨੂੰ ਕਈ ਵਾਰੀ ਇਹ ਭੁਲੇਖਾ ਹੁੰਦਾ ਕਿ ਸਿਵਲ ਹਸਪਤਾਲ ਦੇ ਵਿੱਚ ਦੇਖ ਰੇਖ ਨਹੀਂ ਹੁੰਦੀ, ਕੇਅਰ ਨਹੀਂ ਹੋ ਰਹੀ, ਤਾਂ ਮੈਂ ਇੱਕ ਚੀਜ਼ ਸਾਫ਼ ਕਰ ਦਿਆਂ, ਸਾਡੀ ਆਪਦੀ ਜਾਣ ਪਛਾਣ ਦੇ ਸਾਡੇ ਆਪਦੇ ਸਰਕਲ ਦੇ ਅਨੇਕਾਂ ਮਰੀਜ਼ ਜਿਹੜੇ ਨੇ ਇਸ ਵੇਲੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਅਧੀਨ ਨੇ, ਲੈਵਲ 2 ਦੇ ਹੋਣ ਜਾਂ ਲੈਵਲ 1 ਦੇ ਹੋਣ। ਲੈਵਲ 1 ਤਾਂ ਆਈਸੋਲੇਸ਼ਨ ਜਿਹੜਾ ਘਰੇ ਹੀ ਬੰਦਾ ਕਰ ਲੈਂਦਾ ਆਪਣੇ ਆਪ ਨੂੰ, ਪਰ ਜਿਹੜੇ ਲੈਵਲ 2 ਦੇ ਮਰੀਜ਼ ਅਨੇਕਾਂ ਐਸੇ ਮਰੀਜ਼ ਨੇ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ ਸਿਵਲ ਹਸਪਤਾਲਾਂ ਦੇ ਵਿੱਚ ਉਹ ਠੀਕ ਹੋ ਰਹੇ ਨੇ। ਤਾਂ ਜੇ ਕਈ ਵਾਰੀ ਕੀ ਹੁੰਦਾ ਕਿ ਤਾਂ ਪ੍ਰਬੰਧ ਕਿਤੇ ਨਾ ਕਿਤੇ ਸਰਕਾਰ ਦੇ ਵੱਲੋਂ ਹੁਣ ਕੀਤੇ ਜਾ ਰਹੇ ਨੇ ਔਰ ਸਿਵਲ ਹਸਪਤਾਲ ਦੇ ਵਿੱਚ ਵੀ ਕਿਤੇ ਨਾ ਕਿਤੇ ਇਲਾਜ ਮੁਕੰਮਲ। ਨਪਿੰਦਰ ਤੁਸੀਂ ਲਗਾਤਾਰ ਬਣ ਰਹੇ ਹੋ ਸਾਡੇ ਨਾਲ ਇੱਕ ਹੋਰ ਦਰਸ਼ਕ ਪਠਾਨਕੋਟ ਤੋਂ ਹਰਚਰਨ ਸਿੰਘ ਜੁੜ ਰਹੇ ਨੇ। ਹਰਚਰਨ ਜੀ ਤੁਹਾਡਾ ਵੀ ਸਵਾਗਤ ਹੈ ਨਿਊਜ਼ 18 ਪੰਜਾਬ ਦੇ ਉੱਪਰ। ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਸਰ ਮੈਂ ਕਹਿਣਾ ਚਾਹੁੰਦਾ ਸੀ ਸਰਕਾਰ ਕਹਿ ਰਹੀ ਹੈਗੀ ਅਸੀਂ ਪ੍ਰਾਈਵੇਟ ਹਸਪਤਾਲਾਂ ਨੂੰ ਆਪਣੇ ਅੰਡਰ ਟੇਕ ਕਰਨਾ ਹੈਗਾ ਜੀ, ਪਰ ਜਿਹੜੇ ਸਰਕਾਰੀ ਹਸਪਤਾਲ ਆਲਰੇਡੀ ਹੈਗੇ ਆਪਣੇ ਕੋਲੋਂ ਉਹਨਾਂ ਵਿੱਚ ਤਾਂ ਫੈਸਿਲਿਟੀ ਹੈਗੀ ਨਹੀਂ। ਉਹਨਾਂ ਨੇ ਹੀ ਅਪਗ੍ਰੇਡ ਕਰ ਲਿਓ, ਉਹਨਾਂ ਦੀ ਸਹੂਲਤਾਂ ਵਧਾ ਦੇਣ। ਕਿਤੇ ਆਪਣੇ ਪ੍ਰਾਈਵੇਟ ਨੂੰ ਕਰਦੇ ਸਰਕਾਰੀ ਵਾਲੇ ਨਹੀਂ ਹਰਚਰਨ ਜੀ, ਜਿਹੜਾ ਟੇਕ ਓਵਰ ਕਰਨ ਦੀ ਗੱਲ ਕੀਤੀ ਹੈ ਸਰਕਾਰ ਨੇ ਉਹ ਤਾਂ ਕੀਤਾ ਕਿ ਜਿਸ ਤਰੀਕੇ ਦੀਆਂ ਖਬਰਾਂ ਆ ਰਹੀਆਂ ਨੇ ਸੂਬੇ ਭਰ ਦੇ ਵਿੱਚੋਂ ਕਿ ਜਿਹੜੇ ਪ੍ਰਾਈਵੇਟ ਹਸਪੀਟਲ ਦੇ ਪ੍ਰਸ਼ਾਸਨ ਆ ਉਹ ਮਨਮਾਨੀ ਕਰ ਰਿਹਾ, ਵੱਧ ਪੈਸੇ ਵਸੂਲ ਕਰ ਰਿਹਾ। ਤਾਂ ਅਜਿਹਾ ਇੱਕ ਲਾਅ ਹੈਗਾ, ਲਾਅ ਦੇ ਵਿੱਚ ਇਦਾਂ ਦੀ ਕਮੈਂਟਮੈਂਟ ਹੈਗੀ ਆ ਜਿਸ ਦੇ ਤਹਿਤ ਜਿਹੜੀ ਸਟੇਟ ਗਵਰਨਮੈਂਟ ਆ ਉਹ ਉਸ ਪ੍ਰਾਈਵੇਟ ਹਸਪੀਟਲ ਦਾ ਚਾਰਜ ਪੂਰੀ ਉਹਨਾਂ ਦੀ ਟੀਮ ਜਿਹੜੀ ਹੈ ਉਹ ਸਰਕਾਰੀ ਜਿਹੜੇ ਵਰਕਰ ਨੇ ਉਹਨਾਂ ਦੇ ਡਾਕਟਰ ਨੇ ਉਹ ਟੇਕ ਓਵਰ ਕਰ ਲੈਣਗੇ। ਉਸ ਸੰਦਰਭ ਦੇ ਵਿੱਚ ਇਹ ਬਿਆਨ ਕਿਹਾ ਗਿਆ ਸੀਗਾ ਤਾਂ ਕਿ ਆਮ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ। ਜੀ ਬਿਲਕੁਲ ਹਰਚਰਨ ਜੀ, ਉਮੀਦ ਕਰਦੇ ਤੁਹਾਨੂੰ ਤੁਹਾਡਾ ਜਿਹੜਾ ਜਵਾਬ ਮਿਲਿਆ ਹੋਵੇਗਾ। ਔਰ ਫਿਲਹਾਲ ਨਿਊਜ਼ 18 ਪੰਜਾਬ ਦੇ ਨਾਲ ਜੁੜਨ ਦੀ ਧੰਨਵਾਦ। ਤਾਂ ਲਗਾਤਾਰ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕਿਸੇ ਵੀ ਤਰੀਕੇ ਦੀ ਤੁਹਾਨੂੰ ਕੋਈ ਵੀ ਸਮੱਸਿਆ ਹੈ ਤਾਂ 104 ਨੰਬਰ ਜਿਹੜਾ ਹੈਲਪਲਾਈਨ ਨੰਬਰ ਹੈ, ਉਸ ਤੋਂ ਬਿਨਾਂ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਅੱਜ ਇੱਕ ਨੰਬਰ ਵੀ ਜਾਰੀ ਕੀਤਾ ਜਿਸ ਦੇ ਉੱਪਰ ਤੁਸੀਂ ਬਕਾਇਦਾ ਆਪਣੀ ਸ਼ਿਕਾਇਤ ਦੱਸ ਸਕਦੇ ਹੋ। ਨੰਬਰ ਤੁਹਾਨੂੰ ਇੱਕ ਫਿਰ ਤੋਂ ਦੱਸ ਦਿਆਂ ਸੀ 987626 71010। ਤਾਂ ਇਸ ਨੰਬਰ ਦੇ ਉੱਪਰ ਤੁਸੀਂ ਆਪਣੀ ਸ਼ਿਕਾਇਤ ਦਰਜ ਕਰਵਾ ਰਹੇ ਹੋ। ਸਾਡੇ ਨਾਲ ਅੰਮ੍ਰਿਤਸਰ ਤੋਂ ਇੱਕ ਹੋਰ ਦਰਸ਼ਕ ਹਰਦੀਪ ਸਿੰਘ ਜੁੜ ਰਹੇ ਨੇ। ਹਰਦੀਪ ਜੀ ਤੁਹਾਡਾ ਵੀ ਸਵਾਗਤ ਹੈ ਨਿਊਜ਼ 18 ਪੰਜਾਬ ਦੇ ਉੱਪਰ। ਤਾਂ ਕੀ ਪੱਖ ਤੁਸੀਂ ਆਪਣਾ ਰੱਖਣਾ ਚਾਹੁੰਦੇ ਹੋ ਨਿਊਜ਼ 18 ਤੇ? ਮੈਂ ਪੱਖ ਰੱਖਣਾ ਚਾਹੁੰਦਾ ਵੀਰ ਜੀ ਕਿ ਜਿਹੜੀ ਤੁਸੀਂ ਦੱਸ ਰਹੇ ਹੋ ਸਰਕਾਰ ਤੇ ਖੁਦ ਕਹਿ ਰਹੀ ਕਿ ਇਹਨਾਂ ਹਸਪਤਾਲਾਂ 'ਚ ਜਾਓ ਜਿੱਥੇ ਲੁੱਟਿਆ ਜਾ ਰਿਹਾ। ਤੁਸੀਂ 18,000 ਰੁਪਇਆ ਦੱਸ ਰਹੇ ਹੋ ਰੇਟ ਜਿਹੜਾ ਪ੍ਰਾਈਵੇਟ ਦਾ। IVY ਹਸਪੀਟਲ ਅੰਮ੍ਰਿਤਸਰ ਦਾ ਜਿੱਥੇ 40,000 ਰੁਪਇਆ ਡੇਲੀ ਲਿਆ ਜਾਂਦਾ ਉਹ ਸਾਡੇ ਕੋਲ ਲਿਆ ਗਿਆ। ਉਸ ਤੋਂ ਬਾਅਦ ਮਰੀਜ਼ ਦੀ ਡੈਥ ਹੋ ਗਈ। 70,000 ਰੁਪਇਆ ਰਾਤ ਦਾ ਬਿੱਲ ਸੀ, 4 ਵਜੇ ਡੈਥ ਹੋ ਗਈ ਤੇ 1 ਲੱਖ ਤੋਂ ਉੱਪਰ ਬਿੱਲ ਬਣਾ ਦਿੱਤਾ ਡੈਥ ਹੋਈ ਦਾ ਵੀ। ਨਹੀਂ ਬਿਲਕੁਲ ਤੁਹਾਨੂੰ ਦੱਸ ਰਹੇ ਅਸੀਂ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਗੱਲ ਕੀਤੀ ਹੈ ਇਸੇ ਲਈ ਜਿਹੜੇ ਇਹ ਰੇਟ ਲਿਸਟ ਹੈ, ਰੇਟ ਲਿਸਟ ਜਿਵੇਂ ਤੁਸੀਂ ਜਿਹੜੇ ਵੀ ਤੁਸੀਂ ਪ੍ਰਾਈਵੇਟ ਹਸਪੀਟਲ ਦਾ ਨਾਮ ਲਿਆ ਇਸੇ ਲਈ ਕਿਹਾ ਗਿਆ ਤਾਂ ਕਿ ਕਿਸੇ ਵੀ ਤਰੀਕੇ ਦੀ ਇਹਨਾਂ ਹਸਪੀਟਲਾਂ ਵੱਲੋਂ ਲੁੱਟ ਨਾ ਮਚਾਈ ਜਾ ਸਕੇ ਭਵਿੱਖ ਦੇ ਵਿੱਚ। ਹੁਣ ਤੋਂ ਪਿੱਛੇ ਖਬਰ ਆਈਆਂ ਤਾਂ ਹੀ ਸ਼ਾਇਦ ਸਰਕਾਰ ਐਕਸ਼ਨ ਦੇ ਵਿੱਚ ਆਈ। ਜਿਹੜੀ ਰੇਟ ਲਿਸਟ ਤੈਅ ਕੀਤੀ ਗਈ ਆ ਇਹ ਵੱਡੇ ਵੱਡੇ ਹਸਪੀਟਲਾਂ ਦੀ ਆ ਔਰ ਇਸ ਤੋਂ ਵੱਧ ਜੇਕਰ ਕੋਈ ਰੇਟ ਵਸੂਲੇਗਾ ਹੁਣ ਤੋਂ ਬਾਅਦ ਤਾਂ ਉਸ ਦੇ ਵਿਰੁੱਧ ਸਖਤ ਕਾਰਵਾਈ ਹੋਏਗੀ। ਔਰ ਇੱਥੋਂ ਤੱਕ ਕਾਰਵਾਈ ਹੋਏਗੀ ਕਿ ਜਿਹੜੀ ਟੇਕ ਓਵਰ ਹੈ ਉਸ ਹਸਪੀਟਲ ਦਾ ਸਾਰਾ ਪ੍ਰਬੰਧ ਹੈ ਉਹ ਸਰਕਾਰ ਆਪਣੇ ਹੱਥ ਦੇ ਵਿੱਚ ਲੈ ਲੇਗੀ ਤਾਂ ਕਿ ਲੋਕਾਂ ਨੂੰ, ਕਿਉਂਕਿ ਮਿਡਲ ਕਲਾਸ ਲੋਕਾਂ ਨੂੰ ਜ਼ਿਆਦਾਤਰ ਦਿੱਕਤ ਨਾ ਆਵੇ। ਇਸੇ ਲਈ ਜਿਹੜੇ ਟੌਪ ਕਲਾਸ ਆਪਾਂ ਕਹਦੇ ਕਿ ਪ੍ਰਾਈਵੇਟ ਹਸਪੀਟਲ ਨੇ, ਵੱਡੇ ਵੱਡੇ ਇੰਸਟੀਚਿਊਸ਼ਨ ਨੇ, ਉਹਨਾਂ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਫਾਲਤੂ ਪੈਸੇ ਵਸੂਲੇ ਨਾ ਕੀਤੇ ਜਾਣ। ਤਾਂ ਉਹੀ ਅਸੀਂ ਲਿਸਟ ਦਿਖਾ ਰਹੇ ਜਿਵੇਂ ਕਿ ਤੁਸੀਂ ਜ਼ਿਕਰ ਕੀਤਾ ਕਿ ਤੁਹਾਡੇ ਕੋਲ ਵੀ ਇਸ ਤੋਂ ਪਹਿਲਾਂ ਇਹਨੇ 40,000 ਰੁਪਏ ਪਰ ਡੇ ਹਿਸਾਬ ਲਏ ਗਏ ਸੀ, ਪਰ ਜਿਸ ਤਰੀਕੇ ਦੇ ਨਾਲ ਤੁਹਾਨੂੰ ਸਹੂਲਤ ਮਿਲੇਗੀ ਉਸ ਨੂੰ ਲੈ ਕੇ ਹੀ ਇਹ ਲਿਸਟ ਦੇ ਅਕੋਰਡਿੰਗ ਹੀ ਤੁਹਾਡੇ ਤੋਂ ਪੈਸੇ ਲਏ ਜਾਣਗੇ। ਜੇਕਰ ਇਸ ਤੋਂ ਬਿਨਾਂ ਕੋਈ ਤੁਹਾਡੇ ਤੋਂ ਵੱਧ ਚਾਰਜ ਲੈਂਦਾ ਤਾਂ ਤੁਸੀਂ ਉਸ ਦੀ ਸ਼ਿਕਾਇਤ ਕਰ ਸਕਦੇ ਹੋ। ਨੰਬਰ ਇਸੇ ਲਈ ਹੀ ਜਾਰੀ ਕੀਤਾ ਗਿਆ। ਤਾਂ ਫਿਲਹਾਲ ਨਿਊਜ਼ 18 ਪੰਜਾਬ ਦੇ ਨਾਲ ਜੁੜਨ ਦੇ ਲਈ ਤੁਹਾਡਾ ਬਹੁਤ ਧੰਨਵਾਦ। ਤੇ ਲਗਾਤਾਰ ਅਸੀਂ ਗ੍ਰਾਫਿਕਸ ਦੇ ਰਾਹੀਂ ਟੀਵੀ ਸਕਰੀਨ ਦੇ ਉੱਪਰ ਦਰਸ਼ਕਾਂ ਨੂੰ ਦੱਸ ਰਹੇ ਹਾਂ ਕਿ ਜੇਕਰ ਤੁਸੀਂ ਬੜੇ ਕਿਸੇ ਇੰਸਟੀਚਿਊਸ਼ਨ ਦੇ ਵਿੱਚ, ਬੜੇ ਹਸਪੀਟਲ ਦੇ ਵਿੱਚ ਆਪਣਾ ਇਲਾਜ ਕਰਾਉਣਾ ਚਾਹੁੰਦੇ ਹੋ ਤਾਂ ਇਸ ਲਿਸਟ ਦੇ ਮੁਤਾਬਿਕ ਹੀ ਤੁਸੀਂ ਉਹਨਾਂ ਨੂੰ ਪੈਸੇ ਦੇਣੇ ਆ। ਉਸ ਤੋਂ ਬਿਨਾਂ ਹੋਰ ਕੋਈ ਵੀ ਪੈਸਾ ਫਾਲਤੂ ਨਹੀਂ ਦੇਣਾ। ਸਾਡੇ ਨਾਲ ਇੱਕ ਹੋਰ ਦਰਸ਼ਕ ਜੁੜ ਰਹੇ ਨੇ ਸੁਰਜੀਤ ਸਿੰਘ ਮੁਕਤਸਰ ਸਾਹਿਬ ਤੋਂ। ਸੁਰਜੀਤ ਜੀ ਸਵਾਗਤ ਤੁਹਾਡਾ ਨਿਊਜ਼ 18 ਪੰਜਾਬ ਦੇ ਉੱਪਰ। ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਸਰ, ਸਤਿ ਸ਼੍ਰੀ ਅਕਾਲ ਸਰ। ਇਹ ਆ ਜੀ ਪ੍ਰਾਈਵੇਟ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਜੀ। ਇੱਥੋਂ ਤੱਕ ਵੀ ਜੇ ਕੋਈ ਡੈਥ ਹੋ ਜਾਂਦੀ ਕਿਸੇ ਦੀ ਲਿਜਾਣ ਲੱਗਿਆ ਉਹਨਾਂ ਦੇ ਕਿਰਾਇਆ ਜਿਹੜਾ ਲੈਂਦੇ ਹੁੰਦੇ ਟੈਕਸੀ ਸਟੈਂਡ ਜਾਂ ਬਾਹਰ ਬਾਈਕ ਵਾਲੇ ਹੁੰਦੇ ਆ ਉਹਨਾਂ ਨੂੰ ਉਹ 40 ਰੁਪਏ ਜ਼ਰੂਰੀ ਹੁੰਦੇ ਆ ਜੀ। 40-50 ਰੁਪਏ ਦੇ ਕੇ ਜਾਓ ਫਿਰ ਆਪਦੀ ਤੁਸੀਂ ਲਾਸ਼ ਲੈ ਜਾਓ। ਕੱਲਾ ਬੰਦਾ ਮੈਂ ਦੇਖਿਆ
ਲਾਸ਼ ਲੈ ਕੇ ਚੱਲਿਆ ਸੀ, ਬਟ ਉਹਨੂੰ 30 ਰੁਪਏ ਜ਼ਰੂਰੀ ਸੀ। ਇੱਥੋਂ ਤੱਕ ਵੀ ਇਹ ਸੱਚ ਹੈ ਬਿਲਕੁਲ ਜੋ ਹੋ ਰਿਹਾ। ਨਹੀਂ, ਬਿਲਕੁਲ ਤੁਸੀਂ ਜ਼ਿਕਰ ਕੀਤਾ, ਬੇਹੱਦ ਮੰਦਭਾਗਾ ਕਿ ਤਾਂ ਪਰਿਵਾਰ ਦਾ ਜੀ ਚਲੇ ਜਾਂਦਾ ਔਰ ਉਹ ਜਿਹੜਾ ਦੁੱਖਾਂ ਦਾ ਪਹਾੜ ਪਰਿਵਾਰ ਦੇ ਉੱਪਰ ਉੱਠਦਾ। ਉਹ ਜਿਹੀ ਹਾਲਤ ਵਿੱਚ ਜ਼ਿਕਰ ਕੀਤਾ ਕਿ ਜਦੋਂ ਡੈੱਡ ਬੋਡੀ ਨੂੰ ਹਸਪੀਟਲ ਤੋਂ ਬਾਹਰ ਲੈ ਕੇ ਜਾਇਆ ਤਾਂ ਜਿਹੜੀ ਪਾਰਕਿੰਗ ਫੀਸ ਆ, ਕਿਤੇ ਜ਼ਿਕਰ ਤੁਸੀਂ ਕਰ ਰਹੇ ਹੋ, ਜੇਕਰ ਮੈਂ ਗਲਤ ਨਹੀਂ ਕਹਿ ਰਿਹਾ, ਉਸ ਦੇ ਲਈ ਜਦੋਂ ਗੱਡੀ ਰੋਕਿਆ ਤਾਂ ਬੇਹੱਦ ਮੰਦਭਾਗੀ ਇਹ ਗੱਲ ਕਹਿ ਸਕਦੇ ਹਾਂ। ਔਰ ਨੈਤਿਕਤਾ ਦੇ ਆਧਾਰ ਤੇ, ਇਨਸਾਨੀਅਤ ਦੇ ਤੌਰ ਦੇ ਉੱਪਰ ਉਹਨਾਂ ਲੋਕਾਂ ਨੂੰ, ਉਹਨਾਂ ਜਿਹੜੇ ਉੱਥੇ ਵਰਕਰ ਇਹ ਪਾਰਕਿੰਗ ਫੀਸ ਲੈਂਦੇ ਨੇ, ਸ਼ਾਇਦ ਉਹਨਾਂ ਨੂੰ ਵੀ ਇਸ ਚੀਜ਼ ਦੀ ਸ਼ਰਮ ਕਰਨੀ ਚਾਹੀਦੀ ਹੈ ਕਿ ਅਜਿਹੀ ਹਾਲਤ ਦੇ ਵਿੱਚ ਉਹਨਾਂ ਨੂੰ ਨਾ ਰੋਕਿਆ ਜਾਵੇ। ਇੱਕ ਤਾਂ ਜਿਹੜਾ ਪਰਿਵਾਰ ਦਾ ਜੀ ਚਲੇ ਜਾਂਦਾ ਔਰ ਜਦੋਂ ਉਹਨਾਂ ਨੂੰ ਪਾਰਕਿੰਗ ਦੇ ਲਈ ਕਿਹਾ ਜਾਂਦਾ ਤਾਂ ਬੇਹੱਦ ਅਜੀਬ ਔਰ ਕਹਿ ਲਈਏ ਕਿ ਇਨਸਾਨੀਅਤ ਨਾਮ ਦੀ ਕੋਈ ਵੀ ਚੀਜ਼ ਉੱਥੇ ਨਜ਼ਰ ਨਹੀਂ ਆਉਂਦੀ। ਉਮੀਦ ਕਰਦੇ ਕਿ ਨਿਊਜ਼ 18 ਪੰਜਾਬ ਦੇ ਰਾਹੀਂ ਵੀ ਸ਼ਾਇਦ ਉਹਨਾਂ ਲੋਕਾਂ ਤੱਕ ਇਹ ਮੈਸੇਜ ਜਾਵੇਗਾ ਜਿਹੜੇ ਇਸ ਦੁੱਖ ਦੀ ਘੜੀ ਦੇ ਵਿੱਚ ਅਜਿਹੀਆਂ ਹਰਕਤਾਂ ਕਰਦੇ ਨੇ। ਸ਼ਾਇਦ ਉਹਨਾਂ ਨੂੰ ਵੀ ਇਨਸਾਨੀਅਤ ਦੇ ਨਾਂ ਤੇ ਕੁਝ ਨਾ ਕੁਝ ਫਰਜ਼ ਆਪਣਾ ਜ਼ਰੂਰ ਸਮਝਣਾ ਚਾਹੀਦਾ। ਫਿਲਹਾਲ ਨਿਊਜ਼ 18 ਪੰਜਾਬ ਦੇ ਨਾਲ ਜੁੜਨ ਦੇ ਲਈ, ਆਪਣਾ ਪੱਖ ਰੱਖਣ ਦੇ ਲਈ ਤੁਹਾਡਾ ਧੰਨਵਾਦ। ਤਾਂ ਲਗਾਤਾਰ ਅਸੀਂ ਤੁਹਾਨੂੰ ਦੱਸ ਰਹੇ ਹਾਂ, ਦਰਸ਼ਕ ਸਾਡੇ ਜੁੜੇ ਸਤੀਸ਼ ਪਾਲ ਜੁੜ ਰਹੇ ਨੇ ਸਾਡੇ ਨਾਲ ਬਠਿੰਡਾ ਤੋਂ। ਸਤੀਸ਼ ਜੀ, ਤੁਹਾਡਾ ਵੀ ਸਵਾਗਤ ਹੈ ਨਿਊਜ਼ 18 ਪੰਜਾਬ ਦੇ ਵਿੱਚ। ਕੀ ਕਹਿਣਾ ਚਾਹੁੰਦੇ ਹੋ? ਇਹ ਨਾ ਸਾਰੇ ਆਪਣੇ ਜਿਹੜੇ ਕਰੋਨਾ ਦੇ ਮਰੀਜ਼ ਹੈ, ਇਹ ਆਪਣੇ ਇਹਨਾਂ ਤੋਂ ਪੈਸੇ ਲੈ ਰਹੇ ਆ ਨਿੱਜੀ ਹਸਪਤਾਲ ਵਾਲੇ, ਤੇ ਉੱਥੇ ਉਹਨਾਂ ਨੇ ਲਿਖ ਕੇ ਲਾਇਆ ਵਾ ਵੀ ਤੁਹਾਡਾ ਕਾਰਡ ਚੱਲੂਗਾ, ਉਹ ਜਿਹੜਾ 5 ਲੱਖ ਵਾਲਾ ਬਣਾਇਆ ਸੀ ਬੀਮੇ ਵਾਲਾ ਜੀ, ਤੇ ਉਹ ਪੈਸੇ ਫਿਰ ਵੀ ਲੈ ਰਹੇ ਜੀ ਮਰੀਜ਼ਾਂ ਤੋਂ। ਸਾਡਾ ਮੇਰਾ ਭਾਈ ਆਪ ਸੀ ਕਰੋਨਾ ਦਾ ਮਰੀਜ਼, ਉਹਦੇ ਤੋਂ 2.5 ਲੱਖ ਰੁਪਇਆ ਲੈ ਲਿਆ ਜੀ ਇਹਨਾਂ ਨੇ। ਬਠਿੰਡਾ ਮਾਨ ਹਸਪਤਾਲ ਹੈ ਜੀ ਆਪਣੇ ਬੀਬੀ ਵਾਲੇ ਚੌਂਕ ਕੋਲੇ ਜੀ। ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਭਾਈ ਕਾਰਡ ਕਿਉਂ ਨਹੀਂ ਚਲਾਉਂਦੇ? ਨਹੀਂ, ਹੁਣ ਤਾਂ ਚਲਾਉਣਾ ਚਾਹੀਦਾ ਤੁਹਾਨੂੰ, ਤੇ ਇਸ ਮਹਾਮਾਰੀ 'ਚ ਤੁਸੀਂ ਲੋਕਾਂ ਦਾ ਸਾਥ ਨਹੀਂ ਦਿੰਦੇ। ਇਹਦੇ ਬਾਰੇ ਵੀ ਕੋਈ ਕਹੋ ਵੀ ਭਾਈ ਕਾਰਡ ਚੱਲਣਾ ਚਾਹੀਦਾ। ਤੁਸੀਂ ਹਸਪੀਟਲ ਪ੍ਰਸ਼ਾਸਨ ਦੇ ਲੋਕਾਂ ਨੂੰ ਕਿਹਾ ਸੀ ਕਿ ਤੁਸੀਂ ਕਾਰਡ ਕਿਉਂ ਨਹੀਂ ਚਲਾਉਂਦੇ, ਤੁਹਾਡਾ ਕਾਰਡ ਬਣਿਆ ਹੋਇਆ, ਤਾਂ ਉਹਨਾਂ ਦੇ ਵੱਲੋਂ ਕੀ ਜਵਾਬ ਦਿੱਤਾ ਗਿਆ? ਕਦੇ ਕਹਿੰਦੇ ਵੀ ਕਾਰਡ ਕੂਡ ਨਹੀਂ ਚੱਲਦਾ, ਇੱਥੇ ਤੱਕ ਦੇ ਬੈੱਡ ਨਹੀਂ ਮਿਲਦੇ, ਤੁਹਾਨੂੰ ਕਾਰਡਾਂ ਦੀ ਬਣੀ ਪਈ ਹੈ, ਇੱਥੇ ਪੈਸੇ ਲੱਗਣਗੇ। ਉਹਨਾਂ ਨੇ ਡਾਕਟਰ ਨੇ ਆਪ ਸ਼ਾਇਦ ਇਸੇ ਲਈ ਸਿਹਤ ਮੰਤਰੀ ਦਾ ਜਿਹੜਾ ਇਹ ਕਾਰਵਾਈ ਕਰਨ ਦਾ ਜਿਹੜਾ ਉਹਨਾਂ ਨੇ ਹੁਕਮ ਜਾਰੀ ਕੀਤਾ, ਔਰ ਨਾਲ ਹੀ ਜਿਹੜਾ 104 ਨੰਬਰ ਹੈਲਪਲਾਈਨ ਨੰਬਰ ਪਹਿਲਾਂ ਹੀ ਚੱਲ ਰਿਹਾ, ਉਸ ਤੋਂ ਬਿਨਾਂ ਇੱਕ ਹੋਰ ਨੰਬਰ ਜਾਰੀ ਕੀਤਾ, ਤੁਸੀਂ ਉਸ ਦੇ ਉੱਪਰ ਆਪਣੀ ਸ਼ਿਕਾਇਤ ਰੱਖ ਸਕਦੇ ਹੋ। ਸ਼ਾਇਦ ਇਸੇ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਤਾਂ ਕਿ ਫੌਰਨ ਜਿਹੜੀ ਹੈ ਉਹ ਸ਼ਿਕਾਇਤ ਦੇ ਉੱਪਰ ਸੁਣਵਾਈ ਹੋਵੇਗੀ। ਇੱਕ ਵਾਰ ਫਿਰ ਤੁਹਾਨੂੰ ਦੱਸਦਾ, ਨੰਬਰ 98726 71010 ਲਗਾਤਾਰ ਅਸੀਂ ਟੀਵੀ ਸਕਰੀਨ ਦੇ ਉੱਪਰ ਫਲੈਸ਼ ਕਰ ਰਹੇ ਹਾਂ ਤਾਂ ਕਿ ਜਿਹੜੇ ਲੋਕ ਨੇ, ਆਮ ਜ਼ਿਆਦਾਤਰ ਮਿਡਲ ਕਲਾਸ ਲੋਕ ਨੇ, ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਵੀ ਜਿਹੜੀ ਦਿੱਕਤ ਨਾ ਆਵੇ। ਤਾਂ ਫਿਲਹਾਲ ਨਿਊਜ਼ 18 ਪੰਜਾਬ ਦੇ ਨਾਲ ਜੁੜਨ ਦੇ ਲਈ ਤੁਹਾਡਾ ਬਹੁਤ ਧੰਨਵਾਦ। ਤਾਂ ਫਿਲਹਾਲ ਇੱਥੇ ਵੇਲਾ ਹੋ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਖਬਰਾਂ ਜਾਰੀ ਨੇ, ਤੁਸੀਂ ਬਣੇ ਰਹੋ ਨਿਊਜ਼ 18 ਪੰਜਾਬ ਦੇ ਨਾਲ।